हाँ जी 10वीं क्लास वालिਆਂ ਦਾ ਹੈਗਾ ਹੁਣ ਕੰਪਿਊਟਰ ਸਾਇੰਸ ਦਾ ਪੇਪਰ 50 ਨੰਬਰ ਦਾ ਤੁਹਾਡਾ ਇਹ ਪੇਪਰ ਆਊਗਾ 5 ਨੰਬਰ ਦੀ ਅਸੈਸਮੈਂਟ 45 ਨੰਬਰ ਦੀ ਤੁਹਾਡੀ ਪ੍ਰੈਕਟੀਕਲ ਹੋਏਗੀ ਤੇ 100 ਦਾ ਇਹ ਟੋਟਲ ਤੁਹਾਡਾ ਬਣ ਜਾਏਗਾ। ਤਾਂ ਦੋਸਤੋ ਇਹ ਜਿਹੜਾ ਤੁਹਾਡਾ ਪੇਪਰ ਹੈ ਕੰਪਿਊਟਰ ਦਾ ਇਹ 100% ਸਿਲੇਬਸ ਦੇ ਵਿੱਚੋਂ ਆਉਣਾ ਵਾ ਕਿਉਂਕਿ ਇਹਦਾ ਜਿਹੜਾ ਪੇਪਰ ਹੈ ਤੁਹਾਡਾ ਟਰਮ 1 ਦੇ ਵਿੱਚ ਨਹੀਂ ਹੋਇਆ ਸੀਗਾ। ਟਰਮ 1 ਦੇ ਵਿੱਚ ਜਿਹੜੇ ਕੰਪਲਸਰੀ ਸਬਜੈਕਟ ਸੀਗੇ ਸਿਰਫ ਉਹਨਾਂ ਦੇ ਹੀ ਹੋਏ ਸੀਗੇ। ਇਹ ਗ੍ਰੇਡਿੰਗ ਵਾਲਾ ਸਬਜੈਕਟ ਹੈ ਤਾਂ ਟਰਮ 1 ਦੇ ਵਿੱਚ ਇਹਦਾ ਪੇਪਰ ਨਹੀਂ ਹੋਇਆ ਸੀਗਾ, ਠੀਕ ਹੈ ਜੀ। ਇਹਦਾ ਫਾਈਨਲ ਪੇਪਰ ਹੋ ਰਿਹਾ ਵਾ, ਇਸ ਲਈ ਦੋਸਤੋ ਇਹਦਾ ਜਿਹੜਾ ਸਿਲੇਬਸ ਹੈ ਉਹ 100% ਹੈ, ਠੀਕ। ਤੇ ਦੋਸਤੋ ਇੱਕ ਹੋਰ ਇੰਪੋਰਟੈਂਟ ਗੱਲ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਕਿ ਜਿਹੜੇ ਇੱਕ ਇੱਕ ਨੰਬਰ ਵਾਲੇ ਪ੍ਰਸ਼ਨ ਹਨ, ਠੀਕ ਹੈ ਜੀ, ਉਹ 6 ਪ੍ਰਸ਼ਨ ਇੱਥੋਂ ਆਉਣਗੇ ਤੇ 6 ਪ੍ਰਸ਼ਨ ਇਹ ਵਾਲੇ ਹੋਣਗੇ ਤੇ 8 ਪ੍ਰਸ਼ਨ ਇਹ ਹੋਣਗੇ, ਯਾਨੀ ਕਿ ਟੋਟਲ 20 ਮਾਰਕਸ ਦੇ ਤੁਹਾਨੂੰ ਇੱਕ ਇੱਕ ਨੰਬਰ ਵਾਲੇ ਆਉਣਗੇ। ਤਾਂ ਅਸੀਂ ਉਹਦੀ ਰਿਵੀਜ਼ਨ ਬਹੁਤ ਵਧੀਆ ਨਾਲ ਕਰਾਂਗੇ, ਠੀਕ ਹੈ ਜੀ, ਠੀਕ ਹੈ। ਤਾਂ ਇਹ ਦੇਖ ਲਓ ਕਿ ਜਿਹੜੇ ਤੁਹਾਡੇ ਪੇਪਰ ਹੈ ਦੋਸਤੋ ਉਹ ਸਿਲੇਬਸ ਇਹ ਵਾਲਾ ਹੈ, ਠੀਕ ਹੈ ਜੀ। 10ਵੀਂ ਕਲਾਸ ਦੇ ਲਈ ਆਹ ਸਾਰੇ ਚੈਪਟਰਸ ਹਨ, ਠੀਕ ਹੈ। ਤੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਦੱਸਿਆ ਵੀ ਹੋਇਆ ਕਿ ਜਿਹੜੇ 6 ਮਾਰਕਸ ਵਾਲੇ ਹੈਗੇ ਆ ਉਹ ਇਹ ਵਾਲੇ ਚੈਪਟਰ ਦੇ ਵਿੱਚ ਆਉਣਗੇ ਤੇ ਜਿਹੜੇ ਹੈਗੇ ਆ 1+C ਤੇ ਇੱਕ ਇਹ ਵਾਲੇ ਚੈਪਟਰ ਦੇ ਵਿੱਚ ਆਉਣਗੇ, ਠੀਕ ਹੈ ਜੀ। 2 ਲੌਂਗ ਕੁਐਸਚਨ ਆਨਸਰ ਆਉਣਗੇ 12 ਨੰਬਰ ਦੇ ਹੋ ਜਾਣਗੇ ਤੇ ਉਹਨਾਂ ਦੇ ਨਾਲ ਤੁਹਾਨੂੰ 1+C ਯਾਨੀ ਕਿ ਚੁਆਇਸ ਵੀ ਮਿਲੇਗੀ। ਤਾਂ ਇਹ ਦੇਖ ਲਓ ਦੋਸਤੋ, ਇਹਦੇ ਵਿੱਚ ਇੱਕ ਇੱਕ ਅੰਕ ਵਾਲੇ ਵੀ ਦੱਸੇ ਹੋਏ ਹਨ, 3-3 ਅੰਕ ਵਾਲੇ ਵੀ ਦੱਸੇ ਹੋਏ ਹਨ ਕਿ ਕਿਹੜੇ ਕਿਹੜੇ ਚੈਪਟਰ ਦੇ ਵਿੱਚੋਂ ਆਉਣਗੇ, ਠੀਕ ਹੈ। ਤਾਂ ਦੋਸਤੋ ਜਿਹੜਾ ਤੁਹਾਡਾ ਇੱਕ ਇੱਕ ਨੰਬਰ ਵਾਲੇ ਕੁਐਸਚਨ ਹਨ ਉਹ 20 ਨੰਬਰ ਦੇ ਤੁਹਾਨੂੰ ਕੁਐਸਚਨ ਆਉਣਗੇ। ਤਾਂ ਆਪਾਂ ਇਹ ਵੀ ਦੇਖਾਂਗੇ ਤੇ ਆ ਵੀ ਦੇਖਾਂਗੇ ਜਿਹੜੇ ਤੁਹਾਨੂੰ 3-3 ਨੰਬਰਾਂ ਵਾਲੇ ਆਉਣਗੇ ਤੇ ਜਿਹੜੇ 6-6 ਨੰਬਰਾਂ ਦੇ ਆਉਣਗੇ ਉਹ ਵੀ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਇੱਕ ਨੰਬਰ ਵਾਲੇ ਦੇਖ ਲੈਂਦੇ ਹਾਂ ਜਿਹੜੇ ਕੁਐਸਚਨ ਤੁਹਾਨੂੰ 20 ਨੰਬਰ ਦੇ ਆਉਣੇ ਆ, ਠੀਕ ਹੈ ਜੀ। 20 ਨੰਬਰ ਦੇ ਇੱਕ ਇੱਕ ਨੰਬਰ ਵਾਲੇ ਆਉਣਗੇ ਜਿਹਦੇ ਵਿੱਚ ਫਿਲਅਪਸ, ਟਰੂ ਫਾਲਸ, MCQ ਇਸ ਟਾਈਪ ਦੇ ਆਉਣਗੇ। ਤਾਂ ਦੇਖੋ ਕੰਪਿਊਟਰ ਸਾਇੰਸ ਦਾ, ਠੀਕ ਹੈ ਜੀ, ਬਹੁ ਚੋਣਵੇਂ ਪ੍ਰਸ਼ਨ। ਪਹਿਲਾ ਕੀ ਹੈ ਪ੍ਰਸ਼ਨ, ਪੇਜ ਡੈਸ਼ ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ ਤਾਂ ਦੋਸਤੋ ਮਾਰਜਨ। ਕਿਸੇ ਵੀ HTML ਦਸਤਾਵੇਜ਼ ਵਿੱਚ ਪਹਿਲਾ ਟੈਗ ਕੀ ਹੋਣਾ ਚਾਹੀਦਾ? ਤਾਂ ਦੋਸਤੋ ਇਹਦਾ ਆਪਸ਼ਨ ED ਵਾਲਾ HTML ਇਹ ਵਾਲਾ ਸਹੀ ਆਵੇਗਾ। ਤੇ ਉਸ ਤੋਂ ਬਾਅਦ ਹੈ ਤੀਸਰਾ ਪ੍ਰਸ਼ਨ ਕਿ ਜਿਹੜਾ ਹੈਗਾ ਲਾਈਨ ਬ੍ਰੇਕ ਪਾਉਣ ਲਈ ਸਹੀ HTML ਟੈਗ ਕੀ ਹੈ? ਤਾਂ ਜਿਹੜਾ ਹੈਗਾ ਵੈ ਇਹਦਾ ਆ ਜਾਏਗਾ ਦੋਸਤੋ ਤੁਹਾਡਾ ਇਹ ਵਾਲਾ ਆਪਸ਼ਨ ED ਵਾਲਾ ਊੜਾ ਵਾਲਾ ਆਪਸ਼ਨ ਜਿਹੜਾ ਹੈਗਾ ਵੈ, ਠੀਕ ਹੈ ਜੀ, ਉਹ ਸਹੀ ਆਪਸ਼ਨ ਆ ਜਾਏਗਾ ਇਹਦਾ। ਤੇ ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ ਜਿਹੜਾ ਕੁਐਸਚਨ ਪੰਜਵਾਂ ਕਿ HTML ਵਿੱਚ ਜਿਹੜੇ ਹੈਗੇ ਆ, ਠੀਕ ਹੈ ਜੀ, ਡਿਜ਼ਾਈਨ ਕੀਤੇ ਪੇਜ ਨੂੰ ਕੀ ਕਹਿੰਦੇ ਹਨ? ਤਾਂ ਦੋਸਤੋ ਇਸ ਨੂੰ ਕੀ ਕਹਿੰਦੇ ਹਨ? ਵੈਬ ਪੇਜ ਕਹਿੰਦੇ ਹਨ। 6ਵਾਂ ਕੁਐਸਚਨ HTML ਦਸਤਾਵੇਜ਼ ਨੂੰ ਸੇਵ ਕਰਨ ਲਈ, ਠੀਕ ਹੈ ਜੀ, .html ਐਕਸਟੈਂਸ਼ਨ ਦੀ ਵਰਤੋਂ ਲਿੱਤੀ ਜਾਂਦੀ ਹੈ। ਉਸ ਤੋਂ ਬਾਅਦ ਦੋਸਤੋ ਟੇਬਲ ਵਿੱਚ ਹੋਰ ਵਰਤੇ ਜਾਂਦੇ ਟੈਗਸ ਹੇਠ ਲਿਖੇ ਅਨੁਸਾਰ ਹਨ, ਜਿਵੇਂ ਕਿ ਆਲ ਆਫ ਦਾ ਅਬਵ, ਠੀਕ ਹੈ ਜੀ, ਇਹ ਸਾਰੇ ਹਨ, ਠੀਕ ਹੈ। ਤੇ ਉਸ ਤੋਂ ਬਾਅਦ ਕਿ ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ? ਤਾਂ ਦੋਸਤੋ ਜਿਹੜਾ ਫਾਰਮ ਹੈ ਉਹ, ਠੀਕ ਹੈ ਜੀ, ਯੂਜ਼ਰ ਤੋਂ ਇਨਪੁਟ ਲੈਣ ਲਈ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਕੁਐਸਚਨ ਹੈ ਆਪਣਾ ਕਿ ਨਿਮਨ ਲਿਖਿਤ ਵਿੱਚੋਂ ਕਿਹੜੀ ਸਭ ਤੋਂ ਵੱਧ ਆਮ ਤੌਰ 'ਤੇ, ਠੀਕ ਹੈ, ਵਰਤੀ ਜਾਣ ਵਾਲੀ IHTTP ਹੈ, ਠੀਕ ਹੈ ਜੀ। ਤਾਂ ਦੋਸਤੋ ਇਹਦੇ ਲਈ ਦੋਸਤੋ ਜਿਹੜਾ ਆਪਣਾ ਕੀ ਆ ਜਾਏਗਾ ਇਹਦੇ ਵਿੱਚ HTTP ਹੈ ਤਾਂ ਵਿਧੀ ਹੈ ਤੇ ਦੋਸਤੋ ਗੈਟ ਐਂਡ ਪੋਸਟ ਦੀ ਹੈ। ਤੇ 10ਵਾਂ ਕੁਐਸਚਨ ਕਿ ਕੋਈ ਇੱਕ ਵੈਬ ਪੇਜ ਵਿੱਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ, ਠੀਕ ਹੈ ਜੀ, ਹਾਂ, ਠੀਕ ਹੈ। ਉਸ ਤੋਂ ਬਾਅਦ ਦੋਸਤੋ ਕੁਐਸਚਨ ਕੀ ਹੈ ਆਪਣਾ 11ਵਾਂ ਕਿ ਇੱਕ HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਦਾ, ਠੀਕ ਹੈ ਜੀ, ਉਹ ਸਥਾਨ ਸ਼ਾਮਿਲ ਹਨ ਜਿੱਥੇ ਕਿ, ਠੀਕ ਹੈ ਜੀ, ਦੋਵੇਂ AB ਯਾਨੀ ਕਿ ਦੋਸਤੋ ਉਹ ਜਾਣਕਾਰੀ ਨੂੰ ਉਪਭੋਗਤਾ ਦੁਆਰਾ ਜਿਹੜਾ ਹੈਗਾ ਫੀਡ ਕੀਤਾ ਜਾਂਦਾ ਹੈ ਤੇ ਵੈਬਸਾਈਟ ਸਰਵਰ 'ਤੇ ਤੇਜ਼, ਠੀਕ ਹੈ, ਜਿਹੜਾ ਹੈਗਾ ਭੇਜ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਦੋਸਤੋ ਅਗਲਾ ਕੀ ਹੈ ਆਪਣਾ ਦੇਖਿਓ 12ਵਾਂ ਕੁਐਸਚਨ ਕਿ ਕਿਹੜਾ ਟੈਗ ਇੱਕ ਸਿੰਗਲ ਇਨਪੁਟ ਆਈਟਮ ਵਿੱਚ ਟੈਕਸਟ ਦੀਆਂ ਬਹੁਤ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ? ਤਾਂ ਦੋਸਤੋ ਟੈਕਸਟ ਏਰੀਆ, ਠੀਕ ਹੈ। ਉਸ ਤੋਂ ਬਾਅਦ ਕੁਐਸਚਨ ਹੈ ਆਪਣਾ 13ਵਾਂ ਕਿ ਇਸ ਪ੍ਰੋਗਰਾਮ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਜਿਹੜਾ ਹੈਗਾ ਜਿਹੜਾ ਆਪਣਾ ਫਲਾਇਰ ਤੇ ਪੈਨਫਿਲਟ ਅਤੇ ਹੋਰਾਂ ਕਿਸਮ ਦੇ ਜਿਹੜੇ ਹੈਗੇ ਪ੍ਰਿੰਟਡ ਡਾਕੂਮੈਂਟ ਤਿਆਰ ਕਰਨ ਲਈ ਕੀਤਾ ਜਾ ਸਕਦਾ ਹੈ? ਤਾਂ ਦੋਸਤੋ ਡੈਸਕਟਾਪ ਪਬਲਿਸ਼ਿੰਗ, ਠੀਕ ਹੈ। ਉਸ ਤੋਂ ਬਾਅਦ ਦੋਸਤੋ ਕਿ ਇਹ ਡਿਸਪਲੇ ਸਕਰੀਨ ਤੇ ਡਾਕੂਮੈਂਟ ਨੂੰ ਬਿਲਕੁਲ ਉਸੇ ਤਰ੍ਹਾਂ ਦਰਸਾਉਂਦੀ ਹੈ ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਕੇ ਲੱਗਦਾ ਹੈ, ਯਾਨੀ ਕਿ WYSIWYG। ਤੇ ਇੱਕ ਪ੍ਰਿੰਟਰ ਜੋ ਕਿ ਇੱਕ ਫੋਟੋਕਾਪੀ ਮਸ਼ੀਨ ਵਾਂਗ ਕੰਮ ਕਰਦਾ ਹੈ, ਠੀਕ ਹੈ ਜੀ, ਉਹ ਕੀ ਹੈ? ਤਾਂ ਦੋਸਤੋ ਉਹ ਹੈ ਤੁਹਾਡਾ ਲੇਜ਼ਰ ਪ੍ਰਿੰਟਰ। ਤੇ ਇਹ ਇੱਕ ਇਮੇਜ ਦੀ ਵਿਜ਼ੂਅਲ ਪੇਸ਼ਕਾਰੀ ਹੈ, ਯਾਨੀ ਕਿ ਦੋਸਤੋ ਗ੍ਰਾਫਿਕਸ। ਉਸ ਤੋਂ ਬਾਅਦ ਦੋਸਤੋ ਕੁਐਸਚਨ ਹੈ ਆਪਣਾ ਕਿ ਇਹ ਜਿਹੜਾ ਹੈਗਾ ਪਿੰਸ ਨੂੰ ਰਿਬਨ ਤੇ ਜਿਹੜਾ ਹੈਗਾ ਸਟਾਰਿਕ ਜਾਂ ਫਿਰ ਪ੍ਰੈਸ ਕਰਕੇ ਕਾਗਜ਼ ਦੇ ਤਸਵੀਰਾਂ ਜਾਂ ਫਿਰ ਟੈਕਸਟ ਨੂੰ ਪ੍ਰਿੰਟ ਕਰਦਾ ਹੈ? ਤਾਂ ਜਿਹੜਾ ਹੈਗਾ ਦੋਸਤੋ ਇੰਪੈਕਟ, ਠੀਕ ਹੈ। ਤੇ ਆਪਰੇਟਿੰਗ ਸਿਸਟਮ ਕੀ ਹੈ? ਤਾਂ ਦੋਸਤੋ ਆਪਰੇਟਿੰਗ ਸਿਸਟਮ ਇੱਕ ਸਾਫਟਵੇਅਰ ਹੈ ਤੇ ਇੱਕ ਹੀ ਸਮੇਂ ਵਿੱਚ ਜਿਹੜਾ ਮਲਟੀਪਲ ਐਪਲੀਕੇਸ਼ਨ ਰਨ ਕਰਨ ਨੂੰ ਕੀ ਕਿਹਾ ਜਾਂਦਾ ਹੈ? ਤਾਂ ਦੋਸਤੋ ਮਲਟੀ ਪ੍ਰੋਗਰਾਮਿੰਗ। 20ਵਾਂ ਕੁਐਸਚਨ ਕੀ ਹੈ? ਤਾਂ 20ਵਾਂ ਕੁਐਸਚਨ ਹੈ ਦੋਸਤੋ ਦੇਖ ਸਕਦੇ ਹੋ ਕਿ ਇਹ ਸਾਨੂੰ ਇੰਟਰਨੈਟ ਸੁਰੱਖਿਅਤ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣਅਧਿਕਾਰਤ ਐਪਲੀਕੇਸ਼ਨ ਦੀ ਪਹੁੰਚ ਨੂੰ ਰੋਕਣ ਦੇ ਯੋਗ ਬਣਾਉਂਦਾ ਹੈ, ਯਾਨੀ ਕਿ ਫਾਇਰਬਾਲ, ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਹੈ ਕੁਐਸਚਨ ਆਪਣਾ ਕਿ ਇੱਕ ਸਿਸਟਮ ਰਾਹੀਂ ਇਨਪੁਟ ਲੈਣ ਅਤੇ ਅਪਲੋਡਿਡ ਸੂਚਨਾ ਨੂੰ ਡਿਸਪਲੇ ਕਰਨ ਜਾਂ ਫਿਰ ਜੋ ਸਮਾਂ ਲੱਗਦਾ ਹੈ ਉਸ ਨੂੰ ਕੀ ਕਿਹਾ ਜਾਂਦਾ? ਤਾਂ ਦੋਸਤੋ ਉਸਨੂੰ, ਠੀਕ ਹੈ, ਰਿਸਪਾਂਸ ਟਾਈਮ ਕਿਹਾ ਜਾਂਦਾ ਹੈ। ਇਸ ਸਿਸਟਮ ਵਿੱਚ ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਐਕਸੈਸ ਕਰਨਾ ਸੰਭਵ ਹੈ, ਯਾਨੀ ਕਿ ਨੈਟਵਰਕ ਆਪਰੇਟਿੰਗ ਸਿਸਟਮ। ਤੇ ਅਗਲਾ ਕੁਐਸਚਨ ਹੈ ਕਿ ਆਕਰਸ਼ਕ ਵਿਗਿਆਪਨ ਤਿਆਰ ਕਰਨ ਲਈ, ਠੀਕ ਹੈ ਜੀ, ਆਕਰਸ਼ਕ
ਆਕਰਸ਼ਕ ਵਿਗਿਆਪਨ ਤਿਆਰ ਕਰਨ ਅਤੇ ਪ੍ਰਚਾਰ ਸੰਬੰਧੀ ਸਮੱਗਰੀ ਡਿਜ਼ਾਈਨ ਕਰਨ ਲਈ ਵਰਤੀ ਜਾਣ ਵਾਲੀ ਜਿਹੜੀ ਹੈਗੀ ਆ ਇੱਕ ਐਪਲੀਕੇਸ਼ਨ ਚੁਣੋ। ਤਾਂ ਕੀ ਹੈਗਾ ਇਹਦਾ, ਤਾਂ ਇਹਦਾ ਹੈਗਾ ਦੋਸਤੋ ਪਬਲੀਕੇਸ਼ਨ। ਉਸ ਤੋਂ ਬਾਅਦ ਕੀ ਹੈ ਕਿ ਪਬਲਿਸ਼ਰ ਡੈਸ਼ ਦੀ ਵਰਤੋਂ ਕਰਕੇ ਠੀਕ ਹੈ ਜੀ ਜਿਹੜਾ ਕਵਿਕ ਪਬਲੀਕੇਸ਼ਨ ਬਣਾਉਂਦਾ ਹੈ, ਯਾਨੀ ਕਿ ਜਿਹੜਾ ਹੈਗਾ ਵਿਜ਼ਾਰਡ। ਅਤੇ ਉਸ ਤੋਂ ਬਾਅਦ ਕੁਐਸਚਨ ਹੈ ਕਿ ਕੀਬੋਰਡ ਦੇ ਜ਼ਰੀਏ ਮਾਈਕਰੋਸਾਫਟ ਪਬਲਿਸ਼ਰ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ, ਤਾਂ ਦੋਸਤੋ ਉਹਦੇ ਵਿੱਚ ਪਬਲਿਸ਼ਰ ਟਾਈਪ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਹੈ ਕਿ ਹਰ ਇੱਕ ਟੈਬ ਡੈਸ਼ ਯਾਨੀ ਕਿ ਗਰੁੱਪਸ ਵਿੱਚ ਵੰਡਿਆ ਹੁੰਦਾ ਹੈ। ਪਬਲਿਸ਼ਰ ਬਣਾਉਣ ਤੋਂ ਬਾਅਦ ਡੈਸ਼ ਯਾਨੀ ਕਿ ਫਾਈਲ ਤੋਂ ਸੇਵ ਆਪਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ। ਉਸ ਤੋਂ ਬਾਅਦ ਹੈ ਕਿ ਫਾਈਲ ਮੀਨੂ ਠੀਕ ਹੈ ਜੀ ਕਲੋਜ਼ ਬਟਨ ਕਲਿੱਕ ਕਰਕੇ ਜਿਹੜਾ ਹੈਗਾ ਪਬਲੀਕੇਸ਼ਨ ਨੂੰ ਬੰਦ ਕਰੋ। ਅਤੇ ਉਸ ਤੋਂ ਬਾਅਦ ਕਿ ਕਿਹੜਾ ਸਾਫਟਵੇਅਰ ਬਹੁਤ ਸਾਰੇ ਸਾਫਟਵੇਅਰ ਤੋਂ ਮਿਲ ਕੇ ਬਣਦਾ ਹੈ, ਸਿਸਟਮ ਸਾਫਟਵੇਅਰ। ਪਾਵਰ ਪੁਆਇੰਟ ਵਿੱਚ ਕਿਹੜੀ ਵਿਸ਼ੇਸ਼ਤਾ ਜਿਹੜਾ ਹੈਗਾ ਬੈਕਗਰਾਊਂਡ ਨੂੰ ਮੂਲ ਰੂਪ ਵਿੱਚ ਚੁਣਨ ਲਈ ਮਦਦ ਕਰਦੀ ਹੈ, ਤਾਂ ਦੋਸਤੋ ਉਹ ਹੈ ਆਪਣਾ ਬੀਮ। ਉਸ ਤੋਂ ਬਾਅਦ ਦੋਸਤੋ ਕਿ ਪ੍ਰੈਜੈਂਟੇਸ਼ਨ ਵਿੱਚ ਠੀਕ ਹੈ ਜੀ ਜਿਹੜਾ ਹੈਗਾ ਕਿਸ ਇਫੈਕਟ ਦੀ ਵਰਤੋਂ ਸਲਾਈਡ ਬਦਲਣ ਲਈ ਠੀਕ ਹੈ ਜੀ ਲੱਗੇ ਕੀਤੀ ਜਾਂਦੀ ਹੈ, ਤਾਂ ਦੋਸਤੋ ਉਹ ਕੀਤੀ ਜਾਂਦੀ ਹੈ ਤੁਹਾਡਾ ਟ੍ਰਾਂਜੀਸ਼ਨ ਦੇ ਲਈ। ਅਤੇ ਆਮ ਤੌਰ 'ਤੇ ਦੋਸਤੋ ਪਾਵਰ ਪੁਆਇੰਟ ਵਿੱਚ ਸਲਾਈਡ ਸ਼ੋਅ ਦਾ ਅੰਤ ਕਰਨ ਲਈ ਅਸੀਂ ਕੀਬੋਰਡ ਤੋਂ ਕਿਹੜੀ ਠੀਕ ਹੈ ਜੀ ਕੀ ਦਬਾਉਂਦੇ ਹਾਂ, ਤਾਂ ਦੋਸਤੋ ESC ਠੀਕ ਹੈ ਜੀ ਦੀ ਜਿਹੜੀ ਹੈਗੀ ਆਪਾਂ ਕੀ ਦਬਾਉਂਦੇ ਹਾਂ। ਅਤੇ ਉਸ ਤੋਂ ਬਾਅਦ ਹੈ CSE, ਸੌਰੀ ਇਹ ਕੀ ਲਿਖਿਆ ਹੋਇਆ ਤੁਸੀਂ ਆਪਣਾ ਦੇਖ ਲੈਣਾ, ਤੁਹਾਨੂੰ ਇੱਥੇ ਨਹੀਂ ਪਤਾ ਲੱਗ ਪਾ ਰਿਹਾ ਕਿ CSE ਹੈ ਕਿ ਜਾਂ ESE ਕੀ ਹੈ, ਠੀਕ ਹੈ ਜੀ ਜੋ ਵੀ ਇੱਥੇ ਲਿਖਿਆ ਹੈ ਤੁਸੀਂ ਆਪਣਾ ਇੱਥੇ ਸਮਝ ਲੈਣਾ ਵਾ। ਅਤੇ ਉਸ ਤੋਂ ਬਾਅਦ ਲਿਖਿਆ ਹੈ ਕਿ ਮਾਈਕਰੋਸਾਫਟ ਐਪਲੀਕੇਸ਼ਨ ਆਪਣੇ ਯੂਜ਼ਰ ਨੂੰ ਆਪਣੀ ਫਾਈਲ ਡੈਸ਼ ਆਪਸ਼ਨ ਦੇ ਨਾਲ ਸੁਰੱਖਿਅਤ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ, ਤਾਂ ਦੋਸਤੋ ਪਾਸਵਰਡ। ਅਤੇ ਉਸ ਤੋਂ ਬਾਅਦ ਹੈ ਕਿ ਕਿਹੜਾ ਟੂਲ ਬਜਟ ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ, ਤਾਂ ਦੋਸਤੋ ਉਹ ਹੈ ਤੁਹਾਡਾ ਸਪਰੈਡਸ਼ੀਟ। ਜਦੋਂ ਅਸੀਂ ਦੋਸਤੋ ਇੱਕ ਪੰਨੇ ਦੇ ਐਂਡ 'ਤੇ ਪਹੁੰਚਦੇ ਹਾਂ ਤਾਂ ਵਾਰਡ ਆਟੋਮੈਟਿਕ ਇੱਕ ਪੇਜ ਠੀਕ ਹੈ ਜੀ ਆਪਣਾ ਹੈਗਾ ਬ੍ਰੇਕ ਦਾਖਲ ਕਰਦਾ ਹੈ, ਠੀਕ ਹੈ ਜੀ। ਅਤੇ 36ਵਾਂ ਕੁਐਸਚਨ ਕੀ ਹੈ ਕਿ ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਦੇ ਹੇਠਾਂ ਠੀਕ ਹੈ ਜੀ ਜਿਹੜਾ ਹੈਗਾ ਲਾਲ ਲਾਈਨਾਂ ਆ ਜਾਣਗੀਆਂ। ਉਸ ਤੋਂ ਬਾਅਦ ਹੈ ਕਿ ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿੱਚ ਜਿਹੜਾ ਹੈਗਾ ਐਂਟਰੈਂਸ ਪਲੱਸ ਐਗਜ਼ਿਟ ਅਤੇ ਐਗਜ਼ਿਸਟ ਸ਼ਾਮਿਲ ਹੁੰਦੇ ਹਨ, ਤਾਂ ਦੋਸਤੋ ਐਨੀਮੇਸ਼ਨ ਠੀਕ ਹੈ ਜੀ। ਦੋਸਤੋ ਹੁਣ ਖਾਲੀ ਥਾਵਾਂ ਭਰੋ। ਪਹਿਲਾ ਕੁਐਸਚਨ ਹੈ ਕਿ ਕੰਪਿਊਟਰ ਸੌਫਟਵੇਅਰ ਨੂੰ ਦੋ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਹੈ, ਇੱਕ ਹੈ ਸਿਸਟਮ ਸੌਫਟਵੇਅਰ ਅਤੇ ਦੂਸਰਾ ਹੈ ਐਪਲੀਕੇਸ਼ਨ ਸੌਫਟਵੇਅਰ। ਦੂਸਰਾ ਕੁਐਸਚਨ ਕੀ ਹੈ ਕਿ ਡਾਟਾਬੇਸ ਸੌਫਟਵੇਅਰ ਸੰਬੰਧਿਤ ਡਾਟਾ ਦਾ ਜਿਹੜਾ ਸੰਗ੍ਰਹਿ ਹੁੰਦਾ ਹੈ ਠੀਕ ਹੈ ਜੀ ਇਸ ਟੂਲ ਦਾ ਜਿਹੜਾ ਉਦੇਸ਼ ਸੰਗਠਿਤ ਅਤੇ ਪ੍ਰਬੰਧ ਕਰਨਾ ਹੈ। ਅਤੇ ਤੀਸਰਾ ਫਿਲਿਪਸ ਕੀ ਹੈ ਕਿ ਦੇਖੋ ਅਸੀਂ ਆਪਣੇ ਪੂਰੇ ਫਾਰਮੈਟ ਜਾਂ ਫਿਰ ਕੁਝ ਹਿੱਸੇ ਲਈ ਠੀਕ ਹੈ ਜੀ ਜਿਹੜਾ ਹੈਗਾ ਪੋਰਟਰੇਟ ਫਿਰ ਅਤੇ ਲੈਂਡਸਕੇਪ ਠੀਕ ਹੈ ਜੀ ਜਿਹੜਾ ਓਰੀਐਂਟੇਸ਼ਨ ਦੀ ਚੋਣ ਕਰ ਸਕਦੇ ਹਾਂ। ਉਸ ਤੋਂ ਬਾਅਦ ਕੀ ਹੈ ਦੋਸਤੋ ਚੌਥਾ ਦੇਖੋ ਕਿ ਪਾਵਰ ਪੁਆਇੰਟ ਦੁਆਰਾ ਜਿਹੜਾ ਹੈਗਾ ਵਾ ਠੀਕ ਹੈ ਜੀ ਜਿਹੜਾ ਹੈਗਾ ਸਮਰਪਿਤ ਇਮੇਜ ਫਾਈਲ ਦੀ ਜਿਹੜੀ ਐਕਸਟੈਂਸ਼ਨ ਦੇ ਵਿੱਚ ਦੋਸਤੋ ਜਿਹੜਾ ਹੈਗਾ ਸ਼ਾਮਿਲ ਹਨ ਠੀਕ ਹੈ ਜੀ ਡੈਸ਼ TIFF ਅਤੇ ਬਿਟ ਮੈਪ। ਤਾਂ ਦੋਸਤੋ ਇਹਦਾ ਕੀ ਹੈਗਾ JPG ਡੋਟ। ਉਸ ਤੋਂ ਬਾਅਦ ਦੋਸਤੋ ਕੀ ਹੈ GIF। ਅਤੇ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਕੀ ਹੈ ਮਲਟੀਮੀਡੀਆ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਜਿਹੜਾ ਹੈਗਾ ਵੀਲ ਪਲੇਅਰ ਦੀ ਜਿਹੜੀ ਮਦਦ ਨਾਲ ਠੀਕ ਹੈ ਜੀ ਆਡੀਓ ਅਤੇ ਵੀਡੀਓ ਬਣਾਉਣ ਲਈ ਠੀਕ ਹੈ ਜੀ ਆਗਿਆ ਦਿੰਦਾ ਹੈ। ਉਸ ਤੋਂ ਬਾਅਦ ਕੀ ਹੈ ਕਿ HTML ਦਾ ਪੂਰਾ ਨਾਮ ਲਿਖੋ ਤਾਂ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਸੱਤਵਾਂ ਕੀ ਹੈ ਕਿ ਇੱਕ ਅਨਆਰਗਨਾਈਜ਼ਡ ਲਿਸਟ ਦਰਸਾਉਣ ਲਈ ਡੈਸ਼ ਸੂਚੀ ਲਈ ਠੀਕ ਹੈ ਜੀ ਵਰਤਿਆ ਜਾਂਦਾ ਹੈ, ਤਾਂ ਦੋਸਤੋ ਉਹ ਅਨਆਰਡਰ ਲਿਸਟ। ਅਤੇ ਉਸ ਤੋਂ ਬਾਅਦ ਕੁਐਸਚਨ ਕੀ ਹੈ ਆਪਣਾ ਦੇਖੋ 8ਵਾਂ ਕਿ ਡੈਸ਼ ਟੈਗ ਨੂੰ ਇੱਕ ਸੂਚੀ ਦੇ ਐਲੀਮੈਂਟਸ ਠੀਕ ਹੈ ਜੀ ਜਿਹੜਾ ਹੈਗਾ ਵਾ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ, ਤਾਂ ਦੋਸਤੋ ਇਹ ਵਾਲਾ ਵਾ। ਅਤੇ ਉਸ ਤੋਂ ਬਾਅਦ ਹੈ ਕਿ ALT ਦਾ ਮਤਲਬ ਹੈ ਅਲਟਰਨੇਟ। ਅਤੇ ਉਸ ਤੋਂ ਬਾਅਦ ਹੈ ਕਿ ਬੋਡੀ HTML ਜਿਹੜਾ ਹੈਗਾ ਦਸਤਾਵੇਜ਼ ਦਾ ਮੁੱਖ ਹਿੱਸਾ ਹੈ ਜਿਸ ਵਿੱਚ ਵੈਬ ਪੇਜ ਦੇ ਸਾਰੇ ਜਾਣਕਾਰੀ ਹੁੰਦੀ ਹੈ। ਉਸ ਤੋਂ ਬਾਅਦ ਹੈ ਕਿ ਜਿਹੜਾ ਹੈਗਾ ਹੈਡਿੰਗ ਵਿੱਚ ਜਿਹੜਾ ਹੈਗਾ ਟਾਈਟਲ ਸ਼ਾਮਿਲ ਹੁੰਦੇ ਹਨ ਜੋ ਕਿ HTML ਦਸਤਾਵੇਜ਼ ਦੇ ਹੈਡਿੰਗ ਦੀ ਪਹਿਚਾਣ ਕਰਦਾ ਹੈ। ਉਸ ਤੋਂ ਬਾਅਦ ਆਪਣਾ 12ਵਾਂ ਕੁਐਸਚਨ ਦੇਖੋ ਕੀ ਹੈ ਕਿ 12ਵਾਂ ਕੁਐਸਚਨ ਦੇ ਵਿੱਚ ਹੈ ਕਿ ਐਂਕਰ ਟੈਗ ਨੂੰ ਠੀਕ ਹੈ ਜੀ ਕਿਸ ਵੈਬ ਪੇਜ 'ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਹੈ ਕਿ ਫਾਰਮ ਦਾ ਜਿਹੜੇ ਕਿ ਉਪਯੋਗ ਵੈਬ ਜਿਹੜਾ ਹੈਗਾ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਟੈਕਸਟ ਦੀਆਂ ਬਹੁਤ ਸਾਰੀਆਂ ਲਾਈਨਾਂ ਠੀਕ ਹੈ ਜੀ ਟੈਕਸਟ ਏਰੀਆ ਰਾਹੀਂ ਫਾਰਮ ਵਿੱਚ ਵਰਤ ਸਕਦੇ ਹੋ। ਉਸ ਤੋਂ ਬਾਅਦ ਹੈ ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀਂ ਠੀਕ ਹੈ ਜੀ ਚੈੱਕ ਬਾਕਸ ਦੀ ਵਰਤੋਂ ਕਰ ਸਕਦੇ ਹਾਂ। ਉਸ ਤੋਂ ਬਾਅਦ 16ਵਾਂ ਕਿ ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ਼ ਕਰਨ ਲਈ ਠੀਕ ਹੈ ਜੀ ਰੀਸੈਂਟ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈ ਕਿ ਆਪਣਾ ਏਰੀਅਲਸ ਅਤੇ ਆਪਣਾ ਹੈਲਵੇਟਿਕਸ ਟਾਈਮਸ ਐਂਡ ਵਰਡਨ ਠੀਕ ਹੈ ਜੀ। ਤਾਂ ਦੋਸਤੋ ਇਹਦਾ ਕੀ ਆਇਆ ਜਾਏਗਾ ਕਿ ਡੈਸ਼ ਦੀ ਜਿਹੜੀ ਹੈਗੀ ਆ ਠੀਕ ਹੈ ਜੀ ਉਦਾਹਰਣ ਹਨ ਅਤੇ ਇਹਨਾਂ ਦਾ ਜਿਹੜਾ ਹੈਗਾ ਇੱਕੋ ਜਿਹਾ ਜਿਹੜਾ ਡਿਜ਼ਾਈਨ ਹੁੰਦਾ ਹੈ, ਯਾਨੀ ਕਿ ਫੌਂਟ ਦੀ ਉਦਾਹਰਣ ਹਨ ਅਤੇ ਡਿਜ਼ਾਈਨ ਠੀਕ ਹੈ ਜੀ ਇੱਕੋ ਜਿਹਾ ਹੁੰਦਾ ਹੈ। ਉਸ ਤੋਂ ਬਾਅਦ 18ਵਾਂ ਕਿ ਇੱਕ ਗਟਰ ਮਾਰਜਨ ਸੈਟਿੰਗ ਹੈਗਾ ਦੋਸਤੋ ਉਸ ਡਾਕੂਮੈਂਟ ਦੇ
ਕੀ ਹੁੰਦਾ ਹੈ ਡੈਸ਼ ਜਾਂ ਫਿਰ ਡੈਸ਼ ਮਾਰਜਨ ਵਿੱਚ ਵਾਧੂ ਥਾਂ ਠੀਕ ਹੈ ਜੋੜਦੀ ਹੈ, ਜਿਸ ਨੂੰ ਅਸੀਂ ਠੀਕ ਹੈ ਜੀ ਬਾਈਂਡ ਕਰਨ ਦੀ ਯੋਜਨਾ ਬਣਾਉਂਦੇ ਹਾਂ ਤਾਂ ਇਹਦਾ ਕੀ ਆ ਜਾਏਗਾ ਸਾਈਡ ਤੇ ਟਾਪ। ਤਾਂ ਦੇਖੋ ਵੈਬ ਪੇਜ ਇੱਕ ਕੰਟੈਂਟ ਸਿਰਫ ਡੈਸ਼ ਦਿੰਦੇ ਹਨ, ਨਾ ਕਿ ਠੀਕ ਹੈ ਜੀ ਉਹ ਡੈਸ਼ ਲਈ ਡਿਜ਼ਾਈਨ ਜਿਹੜੇ ਹੈਗੇ ਆ ਕੀਤੇ ਜਾਂਦੇ ਹਨ। ਤਾਂ ਇਹਦਾ ਕੀ ਆਏਗਾ ਦੇਖਣਯੋਗ ਅਤੇ ਪ੍ਰਿੰਟਰ। ਤੇ ਦੇਖੋ ਅੱਗੇ ਕੀ ਹੈ ਲੇਜ਼ਰ ਪ੍ਰਿੰਟਰ ਹੈਗਾ ਦੋਸਤੋ, ਉਹ ਜਿਹੜਾ ਸਫਰ ਦੀ ਵਰਤੋਂ ਠੀਕ ਹੈ ਜੀ ਕੀ ਕਰਦਾ ਵਾ, ਉਹ ਸਫਰ ਦੀ ਵਰਤੋਂ ਕਰਦੇ ਹਨ, ਜੋ ਕਿ ਇੱਕ ਸਮੇਂ ਉੱਤੇ ਜਿਹੜਾ ਹੈਗਾ ਪੂਰੇ ਪੇਜ ਨੂੰ ਸਟੋਰ ਕਰਦੇ ਹਨ। ਉਸ ਤੋਂ ਬਾਅਦ ਕੀ ਹੈ, ਹਾਂ ਦੇਖੋ ਇੱਕ ਡੈਸ਼ ਇੱਕ ਫਾਈਲ ਠੀਕ ਹੈ ਜੀ ਜਿਹੜੀ ਹੈਗੀ ਹੈ ਸੰਬੰਧਿਤ ਜਾਣਕਾਰੀ ਤੋਂ ਇਕੱਠ ਨੂੰ ਪ੍ਰਦਰਸ਼ਿਤ ਕਰਦੀ ਹੈ। ਉਸ ਤੋਂ ਬਾਅਦ ਕੀ ਹੈ ਡਿਸਟਰੀਬਿਊਟਰ ਸਿਸਟਮ ਮਲਟੀਪਲ ਰੀਅਲ ਟਾਈਮ ਠੀਕ ਹੈ ਸੈਂਟਰਲ ਐਪਲੀਕੇਸ਼ਨ ਅਤੇ ਜਿਹੜਾ ਹੈਗਾ ਮਲਟੀਪਲ ਯੂਜ਼ਰ ਨੂੰ ਠੀਕ ਹੈ ਜੀ ਜਿਹੜਾ ਸਰਵ ਕਰਨ ਲਈ ਮਲਟੀਪਲ ਸੈਂਟਰਲ ਦੀ ਵਰਤੋਂ ਕਰਦਾ ਹੈ। ਤੇ ਉਸ ਤੋਂ ਬਾਅਦ ਹੈ ਕਿ 23ਵਾਂ ਕੁਐਸਚਨ 23ਵੇਂ ਦੇ ਵਿੱਚ ਆਵੇਗਾ ਦੋਸਤੋ ਕੰਪਿਊਟਰ ਸੁਰੱਖਿਆ ਆਪਣੇ ਸਿਸਟਮ ਨੂੰ ਠੀਕ ਹੈ ਜੀ ਅਣਅਧਿਕਾਰਤ ਵਰਤੋਂ ਦੀ ਜਿਹੜੀ ਹੈਗੀ ਪੜਤਾਲ ਠੀਕ ਹੈ ਜੀ ਤੇ ਅਣਅਧਿਕਾਰਤ ਠੀਕ ਹੈ ਜੀ ਅਣਅਧਿਕਾਰਤ ਜਿਹੜਾ ਹੈਗਾ ਵੈ ਦੋਸਤੋ ਰੋਕਣ ਦੀ ਪ੍ਰਕਿਰਿਆ ਹੈ। ਉਸ ਤੋਂ ਬਾਅਦ ਕੀ ਹੈ 24ਵਾਂ, ਤਾਂ ਦੇਖੋ ਪਾਸਵਰਡ ਆਨਲਾਈਨ ਖਾਤਿਆਂ ਆਨਲਾਈਨ ਠੀਕ ਹੈ ਜੀ ਦੇ ਆਪਣੇ ਹੈਗੇ ਆ ਜਿਹੜੇ ਤੇ ਪਹੁੰਚ ਕਰਨ ਤੇ ਅਤੇ ਖਾਤੇ ਨਾਲ ਜੁੜੀਆਂ ਕਈ ਗਤੀਵਿਧੀਆਂ ਜਿਵੇਂ ਕਿ ਖਰੀਦਦਾਰੀ ਈਮੇਲ ਅਤੇ ਆਨਲਾਈਨ ਟ੍ਰਾਂਜੈਕਸ਼ਨ ਕਰਨ ਦੀ ਸੁਵਿਧਾ ਮੁਹੱਈਆ ਕਰਵਾਉਂਦੇ ਹਨ। ਤੇ ਉਸ ਤੋਂ ਬਾਅਦ 25ਵਾਂ ਦੇਖੋ ਕੀ ਹੈ, ਤਾਂ ਰੀਅਲ ਟਾਈਮ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਡਾਟੇ ਨੂੰ ਠੀਕ ਹੈ ਜੀ ਰਜੀਡ ਦੇ ਵੱਲੋਂ ਠੀਕ ਹੈ ਜੀ ਜਾਂ ਫਿਰ ਪ੍ਰੋਸੈਸਰ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਠੀਕ ਹੈ ਜਲਿਟ ਹੋਵੇ। ਉਸ ਤੋਂ ਬਾਅਦ 26ਵਾਂ ਕੀ ਹੈ ਦੇਖੋ ਕਿ ਅਸੀਂ ਬਲੈਂਕ ਲੇਆਊਟ ਵਿੱਚ ਠੀਕ ਹੈ ਜੀ ਟੈਕਸਟ ਅਤੇ ਜਿਹੜਾ ਹੈਗਾ ਵਾ ਤਸਵੀਰ ਦੀ ਵਰਡ ਆਰਟ ਜਿਹੜਾ ਹੈਗਾ ਆਟੋ ਸਪੇਸ ਆਦਿ ਆਬਜੈਕਟਿਵ ਨੂੰ ਦਾਖਲ ਕਰ ਸਕਦੇ ਹਾਂ। 27ਵਾਂ ਕੀ ਹੈ ਦੋਸਤੋ ਕਿ ਬਾਕਸ ਦੀਆਂ ਜਿਹੜੀ ਹੈਗਾ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ ਇਹ ਕਲਿੱਕ ਅਤੇ ਜਿਹੜਾ ਹੈਗਾ ਕਲਿੱਕ ਅਤੇ ਡਰੈਗ ਕਰਕੇ ਦੋਸਤੋ ਠੀਕ ਹੈ ਜੀ ਉਸ ਨੂੰ ਕਰ ਸਕਦੇ ਹਾਂ। 28ਵਾਂ ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਇਹ ਡਾਇਲੌਗ ਬਾਕਸ ਲਾਂਚਰ ਤੇ ਕਲਿੱਕ ਕਰੋ ਜੋ ਕਿ ਹਰ ਠੀਕ ਹੈ ਜੀ ਸੱਜੇ ਕਾਰਨਰ ਅਤੇ ਗਰੁੱਪ ਦੇ ਹੇਠਾਂ ਵੱਲ ਹੁੰਦਾ ਹੈ। ਉਸ ਤੋਂ ਬਾਅਦ ਕੁਐਸਚਨ ਕੀ ਹੈ 29ਵਾਂ, ਤਾਂ ਦੇਖੋ ਜਦੋਂ ਅਸੀਂ ਇੱਕ ਡੈਸ਼ ਯਾਨੀ ਕਿ ਜਦੋਂ ਅਸੀਂ ਇੱਕ ਫਰੇਮ ਦੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਦੇ ਛੋਟੇ ਜਿਹੜੇ ਹੈਗੇ ਆ ਸਰਕਲ ਨਜ਼ਰ ਆਉਂਦੇ ਹਨ, ਇਹਨਾਂ ਨੂੰ ਠੀਕ ਹੈ ਜੀ ਹੈਂਡਲ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ ਦੋਸਤੋ ਇਹ ਵਾਲਾ ਆ ਜਾਏਗਾ ਦੇਖ ਲਓ ਟੈਗ ਨੂੰ ਠੀਕ ਹੈ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ ਜੋ ਇਹ ਵਾਲਾ ਹੈ ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਕਿ ਫੋਰਮ ਦਾ ਜਿਹੜਾ ਪ੍ਰਯੋਗ ਹੈ ਵੈਬ ਸਰਵਰ ਵਿੱਚ ਜਾਣਕਾਰੀ ਭਰਨ ਲਈ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਸਹੀ ਗਲਤ ਦੇਖਦੇ ਹਾਂ, ਤਾਂ ਸਹੀ ਗਲਤ ਦੋਸਤੋ ਦੇਖ ਲਓ ਕਿ ਐਕਸਲ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਂਦਾ ਹੈ ਠੀਕ ਹੈ ਜੀ ਉਹ ਗਲਤ ਹੈ। ਐਪਲੀਕੇਸ਼ਨ ਸਾਫਟਵੇਅਰ ਇੱਕ ਅਜਿਹਾ ਸਾਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ, ਸਹੀ ਹੈ। ਅਸੀਂ ਮੌਜੂਦਾ ਟੈਬ ਨੂੰ ਠੀਕ ਹੈ ਜੀ ਜਿਹੜਾ ਰੂਲਰ ਦੇ ਨਾਲ ਵੱਖ-ਵੱਖ ਥਾਵਾਂ ਤੇ ਖੱਬੇ ਜਾਂ ਫਿਰ ਸੱਜੇ ਪਾਸੇ ਠੀਕ ਹੈ ਤੰਗ ਕਰ ਸਕਦੇ ਹਾਂ, ਤਾਂ ਸਹੀ ਹੈ। ਜਦੋਂ ਅਸੀਂ ਪ੍ਰਿੰਟ ਟੈਬ ਤੇ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਠੀਕ ਹੈ ਜਿਹੜਾ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ, ਸਹੀ। HTML ਇੱਕ ਜਿਹੜਾ ਹੈਗਾ ਦੋਸਤੋ ਸਟਰਕਚਰਡ ਭਾਸ਼ਾ ਹੈ, ਤਾਂ ਦੋਸਤੋ ਸਹੀ ਠੀਕ ਹੈ। ਟੇਬਲ ਸਿਰਲੇਖ TH ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ TH ਵਾਲਾ ਜਿਹੜਾ ਇਹ ਵਾਲਾ ਟੈਗ ਹੈ ਠੀਕ ਹੈ ਜੀ ਇਸ ਨਾਲ ਖਤਮ ਹੁੰਦਾ ਹੈ, ਸਹੀ ਹੈ ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਲਿਖਿਆ ਹੋਇਆ ਇਹਨਾਂ ਨੇ ਕਿ ਅਲਾਈਨ ਟੈਗ ਜਿਹੜਾ ਹੈਗਾ ਠੀਕ ਹੈ ਜੀ ਉਹ ਵੈਬ ਪੇਜ ਦੀਆਂ ਹੋਰ ਕੰਟੈਂਟ ਦੇ ਮੁਕਾਬਲੇ ਅਟੈਚ ਇਮੇਜਾਂ ਦੀ ਆਨਲਾਈਨ ਨਹੀਂ ਕਰਦਾ, ਗਲਤ ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ 8ਵਾਂ ਕਿ ਸੈੱਲ ਪੈਂਡਿੰਗ ਜਿਹੜਾ ਹੈਗਾ ਸੇਲ ਠੀਕ ਹੈ ਸੈੱਲ ਸੰਖੇਪਾਂ ਅਤੇ ਸੈੱਲ ਦੀ ਸਰਹੱਦ ਵਿਚਕਾਰ ਜਿਹੜਾ ਹੈਗਾ ਪਿਕਸਲ ਸਪੇਸ ਹੈ, ਸਹੀ ਠੀਕ ਹੈ। 9ਵਾਂ ਪਰਿਭਾਸ਼ਾ ਸੂਚੀ ਵਿੱਚ ਆਮ ਤੌਰ ਤੇ ਵੱਖ-ਵੱਖ ਨਿਯਮ ਅਤੇ ਉਹਨਾਂ ਦੇ ਠੀਕ ਹੈ ਅਰਥ ਤੇ ਪਰਿਭਾਸ਼ਾ ਸ਼ਾਮਿਲ ਹੁੰਦੇ ਹਨ, ਸਹੀ। ਇੱਕ ਅਨਵਿਜ਼ਿਟਡ ਲਿੰਕ ਅੰਡਰਲਾਈਨ ਹੁੰਦਾ ਹੈ, ਇਸ ਦਾ ਰੰਗ ਨੀਲਾ ਹੁੰਦਾ ਹੈ, ਸਹੀ ਠੀਕ ਹੈ ਜੀ। ਤੇ ਇਹ ਇਨਪੁਟ ਟਾਈਪ ਪਾਸਵਰਡ ਟੈਕਸਟ ਬਾਕਸ ਵਿੱਚ ਸਟਾਰ ਵਿਖਾਏਗਾ, ਸਹੀ ਠੀਕ ਹੈ ਜੀ। ਤੇ ਸਿਲੈਕਸ਼ਨ ਲਿਸਟ ਡਰਾਪ ਡਾਊਨ ਲਿਸਟ ਨੂੰ ਦਰਸਾਉਣ ਲਈ ਵਰਤਿਆ ਜਾਂਦੀਆਂ ਹਨ, ਤਾਂ ਸਹੀ। ਤੇ DTP ਦਾ ਅਰਥ ਡੈਸਕਟਾਪ ਪਬਲੀਕੇਸ਼ਨ, ਸਹੀ। ਤੇ ਉਸ ਤੋਂ ਬਾਅਦ ਡੈਸਕਟਾਪ ਪਬਲੀਕੇਸ਼ਨ ਹਾਰਡਵੇਅਰ ਅਤੇ ਸਾਫਟਵੇਅਰ ਦੀ ਵਰਤੋਂ ਵੈਬ ਪੇਜ ਬਣਾਉਣ ਲਈ ਅਤੇ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ, ਤਾਂ ਦੋਸਤੋ ਸਹੀ। ਇੱਕ ਜੈਟ ਪ੍ਰਿੰਟਰ ਵਿੱਚ ਸਿਹਾਈ ਪੇਪਰ ਦੁਆਰਾ ਜਿਹੜੀ ਇਹ ਸੋਖ ਲਈ ਜਾਂਦੀ ਹੈ ਅਤੇ ਤੁਰੰਤ ਸੁੱਕ ਜਾਂਦੀ ਹੈ, ਤਾਂ ਇਸ ਦਾ ਗਲਤ ਹੈ। ਡਾਟਾ ਮੈਟ੍ਰਿਕਸ ਪ੍ਰਿੰਟਰ 19 ਤੋਂ 124 ਪਿੰਨ ਵਾਲਾ ਪ੍ਰਿੰਟਰ ਜਿਹੜਾ ਹੈਡ ਹੁੰਦਾ ਹੈ, ਗਲਤ। ਇੱਕ ਸਿਸਟਮ ਰਾਹੀਂ ਇਨਪੁਟ ਲੈਣ ਅਤੇ ਲੋੜੀਂਦੇ ਅਪਡੇਟ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਠੀਕ ਹੈ ਜੀ ਕੀ ਕਹਿੰਦੇ ਹਨ ਰਿਸਪੌਂਸ ਟਾਈਮ ਕਿਹਾ ਜਾਂਦਾ ਹੈ, ਤਾਂ ਸਹੀ ਕਿਹਾ ਜਾਂਦਾ ਹੈ, ਉਸ ਨੂੰ ਸਹੀ ਹੈ। ਇੰਟਰਨੈਟ ਸੁਰੱਖਿਆ ਧਮਕੀਆਂ ਤੋਂ ਬਚਣ ਲਈ ਕੇਵਲ ਐਂਟੀਵਾਇਰਸ ਸਾਫਟਵੇਅਰ ਇਕੱਲਾ ਹੀ ਕਾਫੀ ਹੁੰਦਾ ਹੈ, ਤਾਂ ਦੋਸਤੋ ਗਲਤ। ਤੇ ਆਪਰੇਟਿੰਗ ਸਿਸਟਮ ਯੂਜ਼ਰ ਅਤੇ ਡਰਾਈਵਰ ਵਿਚਕਾਰ ਸੰਸਾਰ ਨੂੰ ਠੀਕ ਹੈ ਜੀ ਮੈਨੇਜ ਨਹੀਂ ਕਰ ਸਕਦਾ, ਤਾਂ ਗਲਤ ਹੈ। ਤੇ ਉਸ ਤੋਂ ਬਾਅਦ ਕੀ ਹੈ ਕਿ ਲਾਈਨੈਕਸ ਸੋਰਸ ਕੋਡ ਮੁਫਤ ਉਪਲਬਧ ਹੈ, ਇਹ ਸੰਸਥਾ ਅਧਿਕਾਰਤ ਡਿਵੈਲਪਮੈਂਟ ਆਧਾਰਿਤ ਪ੍ਰੋਜੈਕਟ ਹੈ, ਤਾਂ ਸਹੀ ਹੈ। ਆਪਰੇਟਿੰਗ ਸਿਸਟਮ ਠੀਕ ਹੈ ਜੀ ਦੋਸਤੋ ਜਿਹੜਾ ਆਪਣਾ
ਸ਼ੈਡਿਊਲਰ ਹੈ ਦੀ ਵਰਤੋਂ ਠੀਕ ਹੈ ਜੀ ਕਰਕੇ ਹਰ ਕਿਸਮਾਂ ਦੇ ਰਿਸੋਰਸਾਂ ਨੂੰ ਮੈਨੇਜ ਕਰਦਾ ਹੈ ਤਾਂ ਸਹੀ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਆਪਣਾ ਕਿ ਜਿਹੜਾ ਪਬਲਿਸ਼ਰ ਵਿੱਚ ਟੈਪਲੇਟ ਟੂਲ ਦੀ ਮਦਦ ਨਾਲ ਆਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ, ਸਹੀ। ਜ਼ਿਆਦਾਤਰ ਪਬਲੀਕੇਸ਼ਨ ਵਿੱਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਫਰੇਮ ਕਿਹਾ ਜਾਂਦਾ ਹੈ, ਸਹੀ। ਤੇ ਕੋਨੇ ਦੇ ਹੈਂਡਲ ਨਾਲ ਅਨੁਪਾਤਕ ਤੌਰ ਤੇ ਆਬਜੈਕਟਿਵ ਦਾ ਜਿਹੜਾ ਆਕਾਰ ਬਦਲਿਆ ਜਾ ਸਕਦਾ ਹੈ, ਸਹੀ। ਪਬਲਿਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਨੂੰ ਸਾਰੇ ਪਬਲੀਕੇਸ਼ਨ ਨੂੰ ਬੰਦ ਨਹੀਂ ਕਰਨਾ ਚਾਹੀਦਾ ਹੈ, ਗਲਤ। ਅਸੀਂ ਕਿਸੇ ਵੀ ਠੀਕ ਹੈ ਜੀ ਆਈਟਮ ਤੇ ਕਲਿੱਕ ਕਰਕੇ ਉਸ ਨੂੰ ਠੀਕ ਹੈ ਕੀ ਕਰ ਸਕਦੇ ਹਾਂ, ਉਸ ਨੂੰ ਕੁਇਕ ਐਕਸੈਸ ਟੂਲ ਬਾਰ ਵਿੱਚ ਸ਼ਾਮਿਲ ਨਹੀਂ ਕਰ ਸਕਦੇ। ਠੀਕ ਹੈ ਜੀ, ਤਾਂ ਇਹਦਾ ਜਾ ਜਾਏਗਾ ਗਲਤ। ਤੇ ਡਾਟਾਬੇਸ ਸਾਫਟਵੇਅਰ ਸਲਾਈਡ ਸ਼ੋਅ ਤੇ ਰੂਪ ਵਿੱਚ ਜਾਣਕਾਰੀ ਨੂੰ ਡਿਸਪਲੇ ਕਰਨ ਲਈ ਵਰਤਿਆ ਜਾਂਦਾ ਹੈ, ਗਲਤ। ਉਸ ਤੋਂ ਬਾਅਦ ਕੁਐਸਚਨ ਦੇਖਦੇ ਹਾਂ ਤੁਹਾਡੇ ਇੱਕ ਵਾਲੇ ਜਿਹੜੇ ਹੈਗੇ ਦੋਸਤੋ, ਇਹ ਵੀ ਆਣੇ ਹਨ ਤੁਹਾਨੂੰ ਕਿਉਂਕਿ 20 ਨੰਬਰ ਦੀ ਤੁਹਾਨੂੰ ਇੱਕ ਨੰਬਰ ਵਾਲੇ ਆਣਗੇ। ਤਾਂ ਇਹਦੇ ਵਿੱਚ ਦੇਖੋ ਕੀ ਹੈ, ਤਾਂ ਦੇਖੋ MS Office 2010 ਵਿੱਚ ਠੀਕ ਹੈ ਜਿਹੜਾ ਵਰਡ ਡਾਕੂਮੈਂਟ ਦੀ ਐਕਸਟੈਂਸ਼ਨ ਲਿਖੋ ਤਾਂ ਦੋਸਤੋ ਉਹ ਇਹ ਵਾਲੀ ਹੈ, ਦੇਖ ਲਓ ਆਪਣਾ .docx। MS Office 2010 ਵਿੱਚ ਸਪਰੈਡਸ਼ੀਟ ਦੀ ਐਕਸਟੈਂਸ਼ਨ ਲਿਖੋ ਤਾਂ ਦੋਸਤੋ ਉਹ .xlsx। ਤੇ MS Office 2010 ਵਿੱਚ ਜਿਹੜਾ ਹੈਗਾ ਪਾਵਰ ਪੁਆਇੰਟ ਦੀ ਐਕਸਟੈਂਸ਼ਨ ਲਿਖੋ .pptx। ਤੇ ਉਸ ਤੋਂ ਬਾਅਦ ਕੀ ਲਿਖਿਆ ਹੈ ਕਿ BMP ਦਾ ਪੂਰਾ ਨਾਮ ਲਿਖੋ ਤਾਂ ਬਿਟਮੈਪ। PDF ਦਾ ਪੂਰਾ ਨਾਮ ਲਿਖੋ ਹੈਗਾ ਦੋਸਤੋ ਜਿਹੜਾ ਆਪਣਾ ਕੀ ਲਿਖਿਆ ਹੈ ਪੋਰਟੇਬਲ ਡਾਕੂਮੈਂਟ ਫਾਰਮੈਟ। ਠੀਕ ਹੈ, ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਉਸ ਟੈਗ ਦਾ ਨਾਮ ਦੱਸੋ ਜੋ ਸ਼ੁਰੂ ਅਤੇ ਅੰਤ ਵਿੱਚ ਵਰਤੇ ਜਾਂਦੇ ਹਨ, ਤਾਂ ਇਹ ਵਾਲਾ ਹੈ। ਉਸ ਟੈਗ ਦਾ ਨਾਮ ਦੱਸੋ ਜਿਸ ਵਿੱਚ ਸਾਰੇ ਵੈਬ ਪੇਜ ਦੀ ਸੂਚਨਾ ਹੁੰਦੀ ਹੈ, ਤਾਂ ਉਹਦਾ ਆਨਸਰ ਇਹ ਵਾਲਾ ਹੈ, ਦੇਖ ਲਓ। HTML ਦਸਤਾਵੇਜ਼ ਨੂੰ ਸੇਵ ਕਰਨ ਲਈ ਡੈਸ਼ ਐਕਸਟੈਂਸ਼ਨ ਦੀ ਵਰਤੀ ਜਾਂਦੀ ਹੈ, ਤਾਂ ਦੋਸਤੋ .html ਤੇ ਆਪਣਾ /.htm। ਉਸ ਟੈਗ ਦਾ ਨਾਮ ਦੱਸੋ ਜੋ ਕਿ ਆਪਣੀ ਟੈਗ ਅਤੇ ਇੱਕ ਲਾਈਨ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ, ਯਾਨੀ ਕਿ BR। ਠੀਕ ਹੈ, BR ਟੈਗ। ਤੇ ਉਸ ਤੋਂ ਬਾਅਦ ਕਿਸੇ ਵੈਬ ਪੇਜ ਨੂੰ ਲਿੰਕ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ, ਤਾਂ ਦੋਸਤੋ ਐਂਕਰ ਟੈਗ। ਜਦੋਂ ਇੱਕ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਕਿਹੜਾ ਠੀਕ ਹੈ ਜੀ ਜਿਹੜਾ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਫਾਰਮ ਡਾਟਾ ਕਿੱਥੇ ਭੇਜਣਾ ਹੈ, ਤਾਂ ਐਕਸ਼ਨ ਐਟਰੀਬਿਊਟ। ਇਹ ਵਿਧੀ ਉਪਯੋਗਕਰਤਾ ਦੁਆਰਾ ਜਿਹੜਾ URL ਜਿਹੜੀ ਹੈਗੀ ਆ ਆਪਣੀ ਪਾਥ ਦੀ ਜਿਹੜੀ ਵਰਤੋਂ ਕਰਕੇ ਫੀਡ ਡਾਟਾ ਨੂੰ ਠੀਕ ਹੈ ਜੀ ਇਨਕੋਡ ਕਰਨ ਲਈ ਵਰਤੀ ਜਾਂਦੀ ਅਤੇ ਸਰਵਰ ਨੂੰ ਭੇਜੀ ਜਾਂਦੀ ਹੈ, ਤਾਂ ਦੋਸਤੋ ਉਹ ਗੈਟ ਮੈਥਡ ਦੇ ਰਾਹੀਂ। ਤੇ ਦਿੱਤੇ ਗਏ ਦੋਸਤੋ ਵੈਬ ਪੇਜ ਦੇ ਕੁਝ ਕਾਰਵਾਈ ਕਰਨ ਲਈ ਵਰਤਿਆ ਜਾਂਦਾ ਹੈ, ਤਾਂ ਦੋਸਤੋ ਬਟਨ। ਤੇ ਉਸ ਤੋਂ ਬਾਅਦ ਹੈ ਕਿ ਕਿਹੜਾ ਪ੍ਰਿੰਟਰ 1 ਮਿੰਟ ਵਿੱਚ 1200 ਤੋਂ 6000 ਲਾਈਨਾਂ ਪ੍ਰਿੰਟ ਕਰਦਾ ਹੈ, ਤਾਂ ਦੋਸਤੋ ਲੇਜ਼ਰ ਪ੍ਰਿੰਟਰ। ਕਿਹੜੇ ਇਮੇਜਿਸ 2 ਜਾਂ ਫਿਰ 3 ਆਯਾਮੀ ਹੋ ਸਕਦੇ ਹਨ, ਕੰਪਿਊਟਰ ਗ੍ਰਾਫਿਕਸ। ਕਿਸੇ ਪ੍ਰਿੰਟਰ ਵਿੱਚ ਇੱਕ ਵਿਸ਼ੇਸ਼ ਪਰਤ ਹੁੰਦੀ ਹੈ ਜਿਸ ਵਿੱਚ ਜਿਹੜਾ ਹੈਗਾ ਟੋਨਰ ਚਿਪਕਿਆ ਜਾਂਦਾ ਹੈ, ਤਾਂ ਦੋਸਤੋ ਲੇਜ਼ਰ ਪ੍ਰਿੰਟਰ। ਤੇ ਉਸ ਤੋਂ ਬਾਅਦ ਕੀ ਹੈ ਕਿ ਇੱਕੋ ਜਿਹੇ ਡਿਜ਼ਾਈਨ ਦੇ ਅੱਖਰਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ, ਤਾਂ ਦੋਸਤੋ ਟਾਈਪ ਫੇਸ। ਇੱਕ ਪੇਜ ਦੇ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰੇ ਦੇ ਵਿਚਕਾਰ ਖੇਤਰਾਂ ਨੂੰ ਕੀ ਕਹਿੰਦੇ ਹਨ, ਤਾਂ ਦੋਸਤੋ ਮਾਰਜਨ। ਕੰਪਿਊਟਰ ਹਾਰਡਵੇਅਰ ਯੰਤਰਾਂ ਦੀ ਜਿਹੜੀ ਹੈਗੀ ਆ ਜਟਿਲ ਤਾਰਾਂ ਨੂੰ ਯੂਜ਼ਰ ਤੋਂ ਠੀਕ ਹੈ ਜੀ ਜਿਹੜਾ ਛੁਪਾ ਲੈਂਦਾ ਹੈ, ਤਾਂ ਦੋਸਤੋ ਡਰਾਈਵਰ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਕਿ ਇੱਕ ਜਿਹੜਾ ਹੈਗਾ ਵਾ ਮੈਕੈਨਿਜ਼ਮ ਜਾਂ ਫਿਰ ਤਰੀਕਾ ਜੋ ਕੰਪਿਊਟਰ ਸਿਸਟਮ ਰਾਹੀਂ ਪਰਿਭਾਸ਼ਿਤ ਰਿਸੋਰਸਾਂ ਤੇ ਪ੍ਰੋਗਰਾਮ ਪ੍ਰੋਸੈਸ ਜਾਂ ਯੂਜ਼ਰ ਦੀ ਪਹੁੰਚ ਨੂੰ ਨਿਯੰਤਰਣ ਕਰਦਾ ਹੈ, ਉਹ ਪ੍ਰੋਟੈਕਸ਼ਨ। ਸਾਰੇ ਕੰਪਿਊਟਰਾਂ ਤੇ ਅਣਅਧਿਕਾਰਕ ਤੇ ਵਰਤੋਂ ਨੂੰ ਜਾਂਚਣਾ ਅਤੇ ਰੋਕਣ ਦੀ ਪ੍ਰਕਿਰਿਆ ਕੰਪਿਊਟਰ ਸੁਰੱਖਿਆ। ਤੇ ਪਬਲੀਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸ਼ਨ ਦੀ ਵਰਤੋਂ ਜਾਂਦੀ ਹੈ, ਤਾਂ .pub। ਠੀਕ ਹੈ ਜੀ .pub। ਆਬਜੈਕਟ ਨੂੰ ਠੀਕ ਹੈ ਜੀ ਜਿਹੜਾ ਹੈਗਾ ਮੂਵ ਕਰਨ ਲਈ ਦੋਸਤੋ ਕਿਹੜਾ ਕਰਸਰ ਵਰਤਿਆ ਜਾਂਦਾ ਹੈ, ਤਾਂ ਦੋਸਤੋ ਦੇਖੋ ਚਾਰੇ ਪਾਸੇ ਵਾਲਾ ਕਰਸਰ। ਆਨਲਾਈਨ ਟੈਂਪਲੇਟ ਕਿਸ ਵਿੱਚ ਉਪਲਬਧ ਹੁੰਦੇ ਆ, ਤਾਂ ਦੋਸਤੋ office.com ਵਿੱਚ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਕਿ ਸਾਡੇ ਵੱਲੋਂ ਜਿਹੜਾ ਹੈਗਾ ਹਾਲ ਹੀ ਵਿੱਚ ਵਰਤਿਆ ਗਈਆਂ ਪਬਲੀਕੇਸ਼ਨ ਫਾਈਲਾਂ ਦੀ ਸੂਚੀ ਕਿੱਥੇ ਹੁੰਦੀ ਹੈ, ਤਾਂ ਰੀਸੈਂਟ ਫਾਈਲਸ ਦੇ ਵਿੱਚ। ਕਿਸ ਆਪਸ਼ਨ ਦੀ ਵਰਤੋਂ ਕਰਕੇ ਅਸੀਂ ਜਿਹੜਾ ਹੈਗਾ ਵਾ ਆਬਜੈਕਟ ਦੇ ਆਲੇ ਦੁਆਲੇ ਠੀਕ ਹੈ ਜੀ ਟੈਕਸਟ ਜਾਂ ਅਰੇਂਜ ਕੀਤਾ ਹੈ, ਤਾਂ ਦੋਸਤੋ ਫਰੇਮ ਦੇ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਤੁਹਾਡੇ ਪੂਰੇ ਰੂਪ ਦੇਖੋ ਕੀ ਹੈ। HTML ਦੋਸਤੋ ਕੀ ਹੈ, ਦੋਸਤੋ ਹਾਈਪਰਟੈਕਸਟ ਮਾਰਕਅਪ ਲੈਂਗੁਏਜ। ਤਾਂ ਇਹਦਾ ਕੀ ਹੈ, B ਦਾ ਬੋਲਡ। ਠੀਕ ਹੈ, I ਦਾ ਕੀ ਹੈ ਇਟੈਲਿਕ। ਤੇ U ਦਾ ਕੀ ਹੈ ਦੋਸਤੋ ਅੰਡਰਲਾਈਨ। OL ਦਾ ਕੀ ਹੋਗਾ ਦੋਸਤੋ ਆਰਡਰ ਲਿਸਟ। UL ਦਾ ਹੋਗਾ ਦੋਸਤੋ ਅਨਆਰਡਰ ਲਿਸਟ। PA ਦਾ ਹੋਗਾ ਪੈਰਾਗ੍ਰਾਫ। BR ਦਾ ਹੋਗਾ ਬ੍ਰੇਕ ਲਾਈਨ। SRC ਦਾ ਹੋਗਾ ਦੋਸਤੋ ਸੋਰਸ। ਠੀਕ ਹੈ ਜੀ, IMG ਦਾ ਹੋਗਾ ਇਮੇਜ। ਠੀਕ ਹੈ ਦੋਸਤੋ, ਆਹ ਸ਼ਾਰਟਸ ਫਾਰਮ ਨੇ ਸਾਰਿਆਂ ਦੀ ਦੇਖ ਲਓ। ਤੇ TR ਦਾ ਹੋਗਾ ਟੇਬਲ ਰੋ। TH ਦਾ ਹੋਗਾ ਟੇਬਲ ਹੈਡਿੰਗ। TD ਦਾ ਹੋਗਾ ਟੇਬਲ ਡਾਟਾ। LI ਦਾ ਹੋਗਾ ਲਿਸਟ ਆਈਟਮ। ਤੇ URL ਦਾ ਹੋਗਾ ਦੋਸਤੋ ਯੂਨੀਫਾਰਮ ਰਿਸੋਰਸ ਲੋਕੇਸ਼ਨ। ਇਹ ਦਾ ਹੋਗਾ ਐਂਕਰ। HREF ਦਾ ਹੋਗਾ ਦੋਸਤੋ ਹਾਈਪਰ ਟੈਕਸਟ ਰੈਫਰੈਂਸ। URL ਦਾ ਹੋਗਾ ਯੂਨੀਫਾਰਮ ਰਿਸੋਰਸ ਲੋਕੇਟਰ। ਤੇ ਆਊਗਾ ਦੋਸਤੋ BG ਕਲਰ ਦਾ ਹੋਗਾ ਕੀ ਆਊਗਾ, BG ਕਲਰ ਦਾ ਹੋਊਗਾ ਦੋਸਤੋ ਬੈਕਗਰਾਊਂਡ ਕਲਰ। ਤੇ SRC ਦਾ ਹੋਊਗਾ ਸੋਰਸ। ਠੀਕ ਹੈ ਜੀ, ਆਹ ਸ਼ਾਰਟ ਫਾਰਮ ਹੈਗੇ ਹਨ। ਤੇ ਇਸ ਤੋਂ ਬਾਅਦ ਦੋਸਤੋ 3 ਅੰਕਾਂ ਵਾਲੇ ਤੁਹਾਡੇ ਇਹ ਪ੍ਰਸ਼ਨ ਹਨ। ਤਾਂ 3 ਅੰਕਾਂ ਵਾਲੇ ਦੋਸਤੋ ਛੋਟੇ ਉੱਤਰਾਂ ਵਾਲਾ ਪ੍ਰਸ਼ਨ। ਸਿਸਟਮ ਸੌਫਟਵੇਅਰ ਕੀ ਹੈ? ਸਿਸਟਮ ਸੌਫਟਵੇਅਰ ਦੋਸਤੋ ਉਹ ਪ੍ਰੋਗਰਾਮਾਂ ਦੇ ਸੈੱਟ ਜਾਂ ਫਿਰ ਕੰਪਿਊਟਰ ਦੀ ਸਾਰੀ ਕਾਰਜ ਪ੍ਰਣਾਲੀ ਨੂੰ ਕੰਟਰੋਲ ਕਰਦੇ ਹਨ। ਠੀਕ ਹੈ, ਜਿਵੇਂ ਕਿ ਮੈਮਰੀ ਨੂੰ ਮੈਨੇਜ ਕਰਨਾ ਅਤੇ ਜਿਹੜਾ ਹੈਗਾ ਪ੍ਰੋਫਾਈਲ ਨੂੰ ਮੈਨੇਜ ਕਰਨਾ, ਲੋਡ ਕਰਨਾ ਅਤੇ ਸਟੋਰ ਕਰਨਾ ਆਦਿ। ਇਹ ਐਪਲੀਕੇਸ਼ਨਸ ਪ੍ਰੋਗਰਾਮ ਅਤੇ ਕੰਪਿਊਟਰ ਵਿਚਾਲੇ ਇੰਟਰਫੇਸ ਦਾ ਕੰਮ ਕਰਦਾ ਹੈ। ਉਦਾਹਰਨ ਵਜੋਂ MS DOS ਤੇ ਆਪਣਾ ਹੈਗਾ ਯੂਨਿਕਸ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੈ ਕਿ ਆਫਿਸ
ਪ੍ਰੋਡਕਟਿਵਿਟੀ ਟੂਲਸ ਦੀ ਵਿਆਖਿਆ ਕਰੋ। ਤਾਂ ਦੋਸਤੋ ਆਫਿਸ ਪ੍ਰੋਡਕਟਿਵਿਟੀ ਟੂਲਸ ਉਹ ਐਪਲੀਕੇਸ਼ਨ ਹੁੰਦੇ ਹਨ ਜੋ ਆਫਿਸ ਡਾਕੂਮੈਂਟ ਬਣਾਉਣ, ਵੇਖਣ ਅਤੇ ਜਿਹੜਾ ਹੈਗਾ ਮੋਡੀਫਾਈ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹਨਾਂ ਦਾ ਇਸਤੇਮਾਲ ਇੱਕ ਕਰਮਚਾਰੀ ਸੰਬੰਧੀ ਕਾਰਜ ਵਿੱਚ ਕੀਤਾ ਜਾਂਦਾ ਹੈ। ਡਾਟਾਬੇਸ ਸਾਫਟਵੇਅਰ ਦੀ ਵਿਆਖਿਆ ਕਰੋ। ਡਾਟਾਬੇਸ ਸਾਫਟਵੇਅਰ ਦੋਸਤੋ ਉਹਨਾਂ ਪ੍ਰੋਗਰਾਮਾਂ ਦਾ ਸੈੱਟ ਹੁੰਦਾ ਹੈ ਜੋ ਕਿ ਡਾਟਾਬੇਸ ਨੂੰ ਤਿਆਰ ਕਰਨ ਅਤੇ ਸੰਭਾਲਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਇਸ ਦਾ ਇਸਤੇਮਾਲ ਡਾਟਾਬੇਸ ਵਿੱਚ ਵੱਡੀ ਮਾਤਰਾ ਵਿੱਚ ਡਾਟਾ ਸਟੋਰ ਕਰਨ ਲਈ ਕੀਤਾ ਜਾਂਦਾ ਹੈ। ਤੁਸੀਂ ਇੱਕ ਸਾਫਟਵੇਅਰ ਦੀ ਮਦਦ ਨਾਲ ਆਸਾਨੀ ਨਾਲ ਰਿਕਾਰਡ ਨੂੰ ਠੀਕ ਹੈ ਜੀ ਜਿਹੜਾ ਹੈਗਾ ਐਡ, ਡਿਲੀਟ, ਪ੍ਰਿੰਟ ਅਤੇ ਅਪਡੇਟ ਕਰ ਸਕਦੇ ਹੋ। ਠੀਕ ਹੈ, ਇਸ ਤਰ੍ਹਾਂ ਦੋਸਤੋ ਮਲਟੀਮੀਡੀਆ ਸਾਫਟਵੇਅਰ ਦੀ ਵਿਆਖਿਆ ਕਰੋ। ਉਹ ਕੰਪਿਊਟਰ ਪਲੇਟਫਾਰਮ ਅਤੇ ਸਾਫਟਵੇਅਰ ਟੂਲਸ ਜੋ ਕਿ ਟੈਕਸਟ, ਗ੍ਰਾਫਿਕ, ਐਨੀਮੇਸ਼ਨ, ਆਡੀਓ, ਮੋਸ਼ਨ ਪਿਕਚਰ ਅਤੇ ਆਪਸੀ ਸੰਬੰਧਾਂ ਵਿੱਚ ਠੀਕ ਹੈ ਜੀ ਪ੍ਰਯੋਗ ਕੀਤੇ ਜਾਂਦੇ ਹਨ। ਉਹ ਮਲਟੀਮੀਡੀਆ ਸਾਫਟਵੇਅਰ ਕਹਿਲਾਉਂਦੇ ਹਨ, ਜਿਵੇਂ ਕਿ ਮੀਡੀਆ ਪਲੇਅਰ, ਰੀਅਲ ਪਲੇਅਰ। ਤੇ ਕਸਟਮ ਮਾਰਜਨ ਬਣਾਉਣ ਲਈ ਦੋਸਤੋ ਕਦਮ ਲਿਖੋ। ਤਾਂ ਦੋਸਤੋ ਦੇਖੋ ਕੀ ਹੈ, ਪੇਜ ਲੇਆਊਟ ਟੈਬ ਤੇ ਪੇਜ ਸੈਟਅਪ ਗਰੁੱਪ ਵਿੱਚ ਮਾਰਜਨ ਅਤੇ ਚੁਣੋ। ਫਿਰ ਮਾਰਜਨ ਗੈਲਰੀ ਨਜ਼ਰ ਆਵੇਗੀ। ਮਾਰਜਨ ਗੈਲਰੀ ਦੇ ਹੇਠ ਲਿਖੇ ਭਾਗ ਵਿੱਚ ਕਸਟਮ ਮਾਰਜਨ ਨੂੰ ਚੁਣੋ। ਪੇਜ ਸੈਟਅਪ ਜਿਹੜਾ ਹੈਗਾ ਡਾਇਲੌਗ ਬਾਕਸ ਵਿੱਚ ਮਾਰਜਨ ਲਈ ਨਵੇਂ ਠੀਕ ਹੈ ਜਿਹੜੇ ਮੁੱਲ ਭਰੋ ਤੇ ਓਕੇ ਤੇ ਕਲਿੱਕ ਕਰੋ। ਉਸ ਤੋਂ ਬਾਅਦ ਕੀ ਹੈ ਕਿ ਪੇਜ ਬ੍ਰੇਕ ਕੀ ਹੈ, ਪੇਜ ਬ੍ਰੇਕ ਕਿਵੇਂ ਦਾਖਲ ਕੀਤਾ ਜਾਂਦਾ ਹੈ। ਪੇਜ ਬ੍ਰੇਕ ਦੋਸਤੋ ਇੱਕ ਅਜਿਹਾ ਕੋਡ ਹੁੰਦਾ ਹੈ ਜੋ ਕਿ ਵਰਡ ਪ੍ਰੋਸੈਸਰ ਕਰਕੇ ਸੌਫਟਵੇਅਰ ਪ੍ਰੋਗਰਾਮ ਵਿੱਚ ਇਨਸਰਟ ਕੀਤਾ ਜਾਂਦਾ ਹੈ, ਜੋ ਕਿ ਪ੍ਰਿੰਟਿੰਗ ਯੰਤਰ ਨੂੰ ਦੱਸਦਾ ਹੈ ਕਿ ਚਾਲੂ ਪੇਜ ਕਿੱਥੇ ਖਤਮ ਹੋ ਰਿਹਾ ਹੈ, ਨਵਾਂ ਪੇਜ ਕਿੱਥੇ ਸ਼ੁਰੂ ਹੋ ਰਿਹਾ ਹੈ। ਪੇਜ ਬ੍ਰੇਕ ਸ਼ਾਮਿਲ ਕਰਨ ਲਈ ਹੇਠ ਲਿਖੇ ਚਰਨਾਂ ਦੀ ਵਰਤੋਂ ਕਰੋ। ਉਹ ਥਾਂ ਤੇ ਕਲਿੱਕ ਕਰੋ ਜਿੱਥੇ ਤੁਸੀਂ ਪੇਜ ਇਨਸਰਟ ਕਰਨਾ ਹੈ। ਇਨਸਰਟ ਟੈਬ ਤੇ ਪੇਜ ਬ੍ਰੇਕ ਤੇ ਕਲਿੱਕ ਕਰੋ। ਉਸ ਤੋਂ ਬਾਅਦ ਕੀ ਹੈ ਕਿ ਪ੍ਰਿੰਟ ਪ੍ਰੀਵਿਊ ਅਤੇ ਪ੍ਰਿੰਟ ਕਮਾਂਡ ਦੀ ਵਿਆਖਿਆ ਕਰੋ। ਪ੍ਰਿੰਟ ਪ੍ਰੀਵਿਊ ਇੱਕ ਅਜਿਹਾ ਫੀਚਰ ਹੈ ਜਿਸ ਦਾ ਇਸਤੇਮਾਲ ਕਰਨ ਤੋਂ ਵੇਖਣ ਲਈ ਵਿੱਚ ਮਦਦ ਕਰਦਾ ਹੈ। ਠੀਕ ਹੈ ਜੀ, ਜਿਵੇਂ ਕਿ ਡਾਕੂਮੈਂਟ ਪ੍ਰਿੰਟ ਹੋਣ ਤੋਂ ਬਾਅਦ ਕਿਵੇਂ ਲੱਗੇਗਾ ਆਪਣਾ ਡਾਕੂਮੈਂਟ ਪ੍ਰੀਵਿਊ ਵੇਖਣ ਲਈ। ਠੀਕ ਹੈ ਜੀ, ਇੱਕ ਜਿਹੜਾ ਹੈਗਾ ਸਟੈਪ ਬਣਾਓ। ਤਾਂ ਦੇਖੋ ਉਹਦਾ ਪਹਿਲਾ ਸਟੈਪ ਕੀ ਹੈ ਕਿ ਫਾਈਲ ਟੈਬ ਤੇ ਕਲਿੱਕ ਕਰੋ, ਫਿਰ ਪ੍ਰਿੰਟ ਤੇ ਕਲਿੱਕ ਕਰੋ। ਆਪਣੇ ਡਾਕੂਮੈਂਟ ਤੇ ਵਾਪਸ ਲਈ ਠੀਕ ਹੈ ਜੀ ਫਾਈਲ ਟੈਬ ਤੇ ਕਲਿੱਕ ਕਰੋ। ਅਗਲਾ ਕੀ ਹੈ ਕਿ ਸਾਡੇ ਡਾਕੂਮੈਂਟ ਦਾ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ। ਹਰੇਕ ਪੰਨੇ ਨੂੰ ਵੇਖਣ ਲਈ ਪ੍ਰੀਵਿਊ ਦੇ ਹੇਠਾਂ ਠੀਕ ਹੈ ਜੀ ਕਲਿੱਕ ਕਰੋ। ਪ੍ਰਿੰਟ ਕਮਾਂਡ, ਇਸ ਕਮਾਂਡ ਦਾ ਉਪਯੋਗ ਦੋਸਤੋ ਡਾਕੂਮੈਂਟ ਦਾ ਪ੍ਰਿੰਟ ਲੈਣ ਲਈ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਫਾਈਲ ਟੈਕਸਟ ਜਿਹੜਾ ਹੈ ਫਾਈਲ ਟੈਕਸਟ ਦੇ ਕਲਿੱਕ ਕਰਨ ਦੇ ਬਾਅਦ ਦੋਸਤੋ ਇੱਕ ਠੀਕ ਹੈ ਜਿਹੜਾ ਗ੍ਰਾਫ ਡਾਊਨ ਲਿਸਟ ਖੁੱਲੇਗੀ। ਉਸ ਤੋਂ ਬਾਅਦ ਫਾਈਲ ਜਿਹੜਾ ਹੈਗਾ ਫਿਰ ਡਾਕੂਮੈਂਟ ਪ੍ਰਿੰਟ ਕਰਨ ਲਈ ਠੀਕ ਹੈ ਪ੍ਰਿੰਟ ਤੇ ਕਲਿੱਕ ਕਰੋ। ਪ੍ਰਿੰਟਰਾਂ ਦੀ ਲਿਸਟ ਵਿੱਚੋਂ ਪ੍ਰਿੰਟਰ ਚੁਣੋ। ਡਾਕੂਮੈਂਟ ਨੂੰ ਪ੍ਰਿੰਟ ਕਰਨ ਲਈ ਪ੍ਰਿੰਟ ਬਟਨ ਤੇ ਕਲਿੱਕ ਕਰੋ। ਉਸ ਤੋਂ ਬਾਅਦ ਦੋਸਤੋ ਤੁਹਾਡਾ ਪਾਠ HTML ਦਾ ਹੈ। ਠੀਕ ਹੈ ਜੀ, HTML ਦੋਸਤੋ ਹੈਗਾ ਕਿ ਭਾਵ ਕਿ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਹੁੰਦਾ ਹੈ। HTML ਇੱਕ ਭਾਸ਼ਾ ਹੈ ਜਿਸ ਦੀ ਵਰਤੋਂ ਠੀਕ ਹੈ ਜੀ ਵੈਬ ਪੇਜ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕੀ ਲਿਖਿਆ ਕਿ ਇਹ ਇੱਕ ਟੈਕਸਟ ਆਧਾਰਿਤ ਭਾਸ਼ਾ ਹੈ। ਇਹ ਇੱਕ ਪ੍ਰੋਸੈਸਿੰਗ ਭਾਸ਼ਾ ਨਹੀਂ ਹੈ। ਠੀਕ ਹੈ, ਪ੍ਰੋਗਰਾਮਿੰਗ ਭਾਸ਼ਾ ਨਹੀਂ ਹੈ। ਇੱਕ ਸਧਾਰਨ ਮਾਰਕਅਪ ਭਾਸ਼ਾ ਹੈ। ਇਹ ਵੈਬ ਪੇਜ ਬਣਾਉਣ ਲਈ ਮਾਰਕਅਪ ਟੈਗ ਵਰਤਦੀ ਹੈ। ਇਹ ਟੈਗ ਸਿੱਖਣ ਅਤੇ ਵਰਤਣ ਲਈ ਕਾਫੀ ਸੌਖੇ ਹਨ। ਵੈਬ ਪੇਜਾਂ ਦੇ ਕਈ ਐਲੀਮੈਂਟ ਹੁੰਦੇ ਹਨ, ਜਿਵੇਂ ਕਿ ਟੈਕਸਟ, ਪਿਕਚਰ, ਜਿਹੜਾ ਆਪਣਾ ਪੈਰਾਗ੍ਰਾਫ ਤੇ ਲਿਸਟ ਤੇ ਟੈਬਸ ਆਦਿ। ਵੈਬ ਬਰਾਊਜ਼ਰ ਦੀ ਵਿਆਖਿਆ ਕਰੋ। ਇੱਕ ਵੈਬ ਬਰਾਊਜ਼ਰ ਦੋਸਤੋ ਕੀ ਹੈ, ਉਹ ਜਿਹੜਾ ਹੈਗਾ ਵਾ ਵੈਬ ਤੋਂ ਜਿਹੜਾ ਹੈਗਾ ਇਨਫੋਰਮੇਸ਼ਨ ਸਰੋਤਾਂ ਨੂੰ ਪ੍ਰਾਪਤ ਕਰਕੇ ਪੇਸ਼ ਕਰਨ ਲਈ ਦੋਸਤੋ ਠੀਕ ਹੈ ਜੀ ਅਤੇ ਟਰਾਵਰਸ ਕਰਨ ਲਈ ਦੋਸਤੋ ਇੱਕ ਸਾਫਟਵੇਅਰ ਐਪਲੀਕੇਸ਼ਨ ਹੈ। ਤੇ ਦੋਸਤੋ ਹੈਡ ਟਾਈਟਲ ਟੈਗ ਨੂੰ ਸਮਝਾਓ। ਤਾਂ ਹੈਡ ਟੈਗ ਦੋਸਤੋ ਇਸ ਦੀ ਵਰਤੋਂ ਠੀਕ ਹੈ ਜੀ ਵੈਬ ਪੇਜ ਤੇ ਹੈਡਿੰਗ ਲਿਖਣ ਲਈ ਕੀਤਾ ਜਾਂਦਾ ਹੈ। ਠੀਕ ਹੈ ਜੀ, ਤੇ ਜਿਹੜਾ ਆਪਣਾ ਟਾਈਟਲ ਹੈ ਦੋਸਤੋ ਇਸ ਦੀ ਵਰਤੋਂ ਠੀਕ ਹੈ ਪੇਜ ਦੇ ਟਾਈਟਲ ਲਿਖਣ ਲਈ ਕੀਤਾ ਜਾਂਦਾ ਹੈ। ਤੇ ਬੋਡੀ ਟੈਗ ਕੀ ਹੈ ਦੋਸਤੋ, ਇਹ ਇੱਕ ਜਿਹੜਾ ਹੈਗਾ ਬੋਡੀ ਕੰਟੈਂਟਸ ਨੂੰ ਪੇਸ਼ ਕਰਦਾ ਹੈ। ਇਸ ਵਿੱਚ ਜਿਹੜਾ ਹੈਗਾ ਟੈਕਸਟ, ਗ੍ਰਾਫਿਕਸ, ਲਿੰਕਸ ਆਦਿ ਹੁੰਦੇ ਹਨ। ਇਸ ਟੈਗ ਲਈ ਤੁਸੀਂ ਲਿਖਿਆ ਸਾਰਾ ਜਿਹੜਾ ਵਿਸ਼ਾ ਹੈ ਉਹ ਬਰਾਊਜ਼ਰ ਵਿੱਚ ਦਿਖਾਇਆ ਜਾਂਦਾ ਹੈ। ਇਹ ਕੰਟੇਨਰ ਟੈਗ ਹੈ। ਇਸ ਤੋਂ ਦੋਸਤੋ ਕਿ ਇੱਕ ਟੈਗ ਕੀ ਹੈ ਤਾਂ ਦੇਖ ਲਓ ਇਹਦੇ ਆਨਸਰ। ਤੇ ਇੱਕ ਟੈਬਲਲ ਇੱਕ ਜਿਹੜਾ ਦੋਸਤੋ ਤੁਸੀਂ ਪੜ੍ਹਨਾ ਵਾ ਖੁਦ ਹੁਣ ਇੱਥੇ। ਠੀਕ ਹੈ ਜੀ, ਆਹ ਵਾਲਾ ਪੜ੍ਹ ਲਓ, 5ਵਾਂ ਪੜ੍ਹ ਲਓ, 6ਵਾਂ ਪੜ੍ਹ ਲਓ, 7ਵਾਂ ਪੜ੍ਹ ਲਓ। ਇੱਥੇ ਦੋਸਤੋ ਹੁਣ ਤੁਸੀਂ ਖੁਦ ਪੜ੍ਹਨਾ ਵਾ। ਤੇ 8ਵਾਂ ਦੇਖ ਲਓ ਕੀ ਹੈ ਕਿ ਕਾਲ ਸਪੇਸ ਨੂੰ ਬਿਆਨ ਕਰੋ। ਕਾਲ ਸਪੇਸ HTML TD HTH ਟੈਗ ਨਾਲ ਸ਼ੁਰੂ ਹੁੰਦਾ ਹੈ। ਇਸ ਦਾ ਜਿਹੜਾ ਐਂਟਰੀਬਿਊਸ਼ਨ ਹੈ ਠੀਕ ਹੈ ਜੀ ਵਰਤੋਂ ਟੇਬਲ ਦੋ ਜਾਂ ਫਿਰ ਦੋ ਤੋਂ ਵੱਧ ਕਾਲਮ ਵਾਲੇ ਸੈੱਲਾਂ ਨੂੰ ਠੀਕ ਹੈ ਜੀ ਜਿਹੜਾ ਹੈਗਾ ਮਰਜ ਕਰਨ ਲਈ ਕੀਤਾ ਜਾਂਦਾ ਹੈ। ਰੋ ਸਪੇਨ ਕੀ ਹੈ ਤਾਂ ਦੋਸਤੋ ਰੋ ਸਪੇਨ HTML ਵਿੱਚ ਠੀਕ ਹੈ ਜਿਹੜਾ ਆਪਣਾ TD ਟੈਗ ਹੈ ਤੇ ਆਪਣਾ ਟੇਬਲ ਹੈਡਿੰਗ ਟੈਗ ਹੈ, ਯਾਨੀ ਕਿ ਟੇਬਲ ਡਾਟਾ ਹੈ ਤੇ ਟੇਬਲ ਹੈਡਿੰਗ ਟੈਗ ਨਾਲ ਸ਼ੁਰੂ ਹੁੰਦਾ ਹੈ। ਇਸ ਐਟਰੀਬਿਊਟ ਦੀ ਵਰਤੋਂ ਟੇਬਲ ਵਿੱਚ ਦੋ ਜਾਂ ਫਿਰ ਦੋ ਤੋਂ ਵੱਧ ਰੋ ਵਾਲੇ ਸੈੱਲਾਂ ਨੂੰ ਮਰਜ ਕਰਨ ਲਈ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਦੋਸਤੋ ਆਹ ਜਿਹੜਾ ਤੁਹਾਨੂੰ ਮੈਂ 5ਵਾਂ 6ਵਾਂ ਦੱਸਿਆ ਸੀਗਾ, ਇਹ ਇਸ ਨੂੰ ਰੇਡ ਕਰ ਲਓ 5ਵੇਂ ਨੂੰ ਤੇ 6ਵੇਂ ਨੂੰ 7ਵੇਂ ਨੂੰ। ਠੀਕ ਹੈ, ਸਕਰੀਨ ਨੂੰ ਰੋਕ ਕੇ ਚੰਗੀ ਤਰ੍ਹਾਂ ਰੀਡ ਕਰ ਲਓ, ਇਹ ਨਹੀਂ ਕਿ ਛੱਡ ਦੇਵੋ ਮੈਂ ਨਹੀਂ ਕਰਾਇਆ ਤਾਂ ਇੱਥੋਂ ਮੈਂ ਹੁਣ ਸਕਰੀਨ ਚਾਲੂ ਕਰ ਦੂੰਗਾ। ਜਿਹੜੇ ਕੁਐਸਚਨ ਹੈਗੇ ਆ ਇਹ ਤੁਸੀਂ ਖੁਦ ਰੀਡ ਕਰਨੇ ਹਨ। ਠੀਕ ਹੈ ਜੀ, ਤਾਂ ਇੱਥੋਂ ਮੈਂ ਹੁਣ ਸਕਰੀਨ ਚਾਲੂ ਕਰ ਦੇਣਾ, ਤੁਸੀਂ ਦੇਖ ਲਓ ਇਹਨਾਂ ਨੂੰ।
ਤਾਂ ਦੋਸਤੋ ਇੱਥੇ ਤੱਕ ਹੀ ਇਹ PDF ਸੀਗੀ। ਤੇ ਬਾਕੀ ਦੋਸਤੋ ਆਪਣਾ ਇੱਕ ਟੈਲੀਗ੍ਰਾਮ ਚੈਨਲ ਵੀ ਬਣਿਆ ਹੋਇਆ ਹੈ, ਤੁਸੀਂ ਉਸ ਨੂੰ ਅਗਰ ਜੁਆਇਨ ਕਰਨਾ ਤਾਂ ਕਰ ਸਕਦੇ ਹੋ। ਉੱਥੇ ਅਸੀਂ ਇੰਪੋਰਟੈਂਟ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰਵਾ ਦਿੰਦੇ ਹੁੰਦੇ ਹਾਂ। ਦੇਖ ਲਓ, ਮੈਮੋਰੀਅਲ ਜਨਰੇਸ਼ਨ PSP ਨਾਮ ਹੈ, ਉਸ ਨੂੰ ਸਰਚ ਕਰਿਓ ਟੈਲੀਗ੍ਰਾਮ ਤੇ ਜਾ ਕੇ, ਤੁਹਾਡਾ ਆ ਜਾਊਗਾ। ਤੇ ਬਾਕੀ ਦੋਸਤੋ ਹੁਣ ਤੁਸੀਂ ਜਿਹੜੀ ਆਪਣੀ ਰਿਵੀਜ਼ਨ ਹੈ ਬਾਕੀ ਆਪਣੀ ਗਾਈਡ ਤੋਂ ਵੀ ਕਰ ਲੈਣੀ ਹੈ।